बिस्मिल्लाहिर्रहमानिर्रहीम। दोस्तों, मैं अरशद लोधी और तुसीं वेख रहे हो मेरा यूट्यूब चैनल अरशद लोधी व्लॉग। ਅੱਜ ਤੁਹਾਨੂੰ ਮੈਂ ਇੱਕ ਐਸੀ ਖੂਬਸੂਰਤ ਗੱਲ ਸੁਣਾਉਣ ਲੱਗਾ ਕਿ ਜਿਹੜੀ ਸੁਣ ਕੇ ਤੁਸੀਂ ਕਮ ਅਜ਼ ਕਮ ਉਹਨੂੰ ਬਾਰ-ਬਾਰ ਦੇਖੋਗੇ, ਬਾਰ-ਬਾਰ ਸੁਣੋਗੇ। ਬਹੁਤ ਖੂਬਸੂਰਤ ਗੱਲ ਹੈ, ਹਿਕਮਤ ਭਰੀ ਗੱਲ ਹੈ ਤੇ ਹਰ ਬੰਦਾ ਜਿਹੜਾ ਸੁਣੇਗਾ ਉਹਨੂੰ ਸਮਝ ਆਏਗੀ ਕਿ ਯਾਰ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਔਰ ਕਿਹਨਾਂ ਲੋਕਾਂ ਕੋਲੋਂ ਮਹਿਫੂਜ਼ ਰਹਿਣਾ ਚਾਹੀਦਾ। ਦੋਸਤੋ, ਇੱਕ ਸੁਨਿਆਰਾ ਸੀ ਤੇ ਉਮਰ ਦੇ ਕਾਫੀ ਹਿੱਸੇ ਵਿੱਚ ਆ ਕੇ ਉਹਨੇ ਇੱਕ ਖੂਬਸੂਰਤ ਔਰਤ ਨਾਲ ਸ਼ਾਦੀ ਕਰ ਲਈ। शादी करने तो बाद वो कुछ बीमार होना शुरू हो गया, कुछ बीमार रहना शुरू हो गया। उन परेशानी लाहक हो गई कि यार मैं की करा ते उदा कोई अगे पिछे तो है कोई नहीं सीगा। खैर, उस मोहल्ले का एक बहुत ही शातर इंसान जिहड़ा उहदी औरत नूं उहदी खूबसूरती तो मुतासर हो के चाहता सी कि किसी तरह ये औरत मेरे नाल ਇਹਦੀ ਕੋਈ ਸੈਟਿੰਗ ਹੋ ਜਾਏ, ਕੋਈ ਮਾਮਲਾਤ ਮੇਰੇ ਸੈਟਲ ਹੋ ਜਾਣ ਉਹਦੇ ਨਾਲ। ਉਹਦੀ ਨੀਅਤ ਉਹ 'ਤੇ ਖਰਾਬ ਹੋ ਗਈ ਅਤੇ ਉਹਨੇ ਕੀ ਕੀਤਾ ਕਿ ਉਹਨੇ ਉਸ ਸੁਨਿਆਰੇ ਨਾਲ ਦੋਸਤੀ ਪਾ ਲਈ। ਉਹਦੇ ਕੋਲ ਡੇਲੀ ਆਉਣਾ ਜਾਣਾ, ਉਹਦੇ ਨਾਲ ਦੋਸਤੀ ਪਾ ਲਈ ਤਾਂ ਕਿ ਕਿਸੇ ਤਰ੍ਹਾਂ ਮੈਂ ਇਹਦੀ ਘਰ ਤੱਕ ਪਹੁੰਚ ਕਰ ਲਾਂ। ਦੋਸਤੋ, ਜਿਸ ਵੇਲੇ ਉਹ ਸੁਨਿਆਰੇ ਦੇ ਨਾਲ ਉਹਨੇ ਦੋਸਤੀ ਪਾ ਲਈ, ਆਪਣੇ ਦਿਲ ਦੀਆਂ ਗੱਲਾਂ ਸੁਨਿਆਰੇ ਨੇ ਉਹਦੇ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੁਨਿਆਰੇ ਨੂੰ ਕਾਫੀ ਇਤਮਾਦ 'ਚ ਉਹਨੇ ਲੈ ਲਿਆ। ਸੁਨਿਆਰੇ ਨੂੰ ਤਮਾਮ ਲੋਕਾਂ ਤੋਂ ਵੱਧ ਕੇ ਉਹਦੇ 'ਤੇ ਇਤਮਾਦ ਹੋ ਗਿਆ ਤੇ ਸੁਨਿਆਰੇ ਨੇ ਇੱਕ ਦਫਾ ਉਹਨੂੰ ਆਪਣੇ ਦਿਲ ਦੀ ਗੱਲ ਦੱਸੀ। ਉਹਨੇ ਕਿਹਾ, ਯਾਰ ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਕਿਹਾ ਕਿ ਤੇਰੀ ਨਜ਼ਰ ਜਿਹੜੀ ਹੈ ਬੜੀ ਤੇਜ਼ੀ ਨਾਲ ਵੀਕ ਹੋ ਰਹੀ ਹੈ ਤੇ ਹੋ ਸਕਦਾ ਤੂੰ 2-4 ਮਹੀਨੇ ਬਾਅਦ ਅੰਨਾ ਹੋ ਜਾਏ। ਉਹਨੇ ਕਿਹਾ, ਜੀ ਅੱਲਾ ਖੈਰ ਕਰੇ, ਤੁਸੀਂ ਇਹ ਕੀ ਗੱਲ ਕਰ ਰਹੇ ਹੋ? ਉਹਨੇ ਕਿਹਾ, ਯਾਰ ਬਿਲਕੁਲ ਸਹੀ ਗੱਲ ਕਰ ਰਿਹਾ, ਮੈਂ ਬਹੁਤ ਪਰੇਸ਼ਾਨ ਹਾਂ ਕਿ ਜੇ ਮੈਂ ਅੰਨਾ ਹੋ ਗਿਆ ਤੇ ਮੇਰੇ ਕੋਲੋਂ ਕੰਮਕਾਜ ਵੀ ਕੋਈ ਨਹੀਂ ਹੋਏਗਾ ਤੇ ਮੇਰੇ ਕੋਲ ਕੋਈ ਰੋਜ਼ਗਾਰ ਵੀ ਨਹੀਂ ਹੋਏਗਾ। ਹੁਣ ਮੈਨੂੰ ਪਰੇਸ਼ਾਨੀ ਇਹ ਹੈ ਕਿ ਜਿਹੜਾ ਮੇਰੇ ਕੋਲ ਕੋਈ ਜਮ੍ਹਾਂ ਕੁੰਜੀ ਹੈ, ਜਮ੍ਹਾਂ ਸਰਮਾਇਆ ਹੈ, ਉਹ ਮੈਂ ਕਿਸ ਬੰਦੇ ਕੋਲ ਰਖਾਵਾਂ ਕਿ ਜਿਹਦੇ ਕੋਲ ਮੇਰਾ ਸਰਮਾਇਆ ਮਹਿਫੂਜ਼ ਰਵੇ ਤਾਂ ਕਿ ਵਕਤੇ ਜ਼ਰੂਰਤ ਮੈਂ ਉਹਦੇ ਕੋਲ ਲੈ ਕੇ ਉਹ ਇਸਤੇਮਾਲ ਕਰ ਸਕਾਂ। ਉਹਨੇ ਕਿਹਾ, ਜੀ ਬਿਲਕੁਲ ਤੁਸੀਂ ਦੇਖ ਲਓ ਜਿਹਦੇ 'ਤੇ ਤੁਹਾਨੂੰ ਇਤਮਾਦ ਹੈਗਾ, ਜਿਹੜਾ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਬੰਦਾ ਕੋਈ ਅੱਛਾ ਲੱਗਦਾ ਹੈ, ਉਹਦੇ ਕੋਲ ਰਖਾ ਦਿਓ। ਉਹਨੇ ਕਿਹਾ, ਯਾਰ ਮੈਨੂੰ ਤਾਂ ਤੇਰੇ ਤੋਂ ਸਮਝਦਾਰ ਤੇ ਸਮਝ ਤੋਂ ਜੇ ਤੇਰੇ ਤੋਂ ਅੱਛਾ ਬੰਦਾ ਕੋਈ ਨਜ਼ਰ ਨਹੀਂ ਆਉਂਦਾ, ਮੈਂ ਤੇਰੇ ਨਾਲ ਦਿਲ ਦੀ ਹਰ ਗੱਲ ਕਰ ਲੈਣਾ। ਉਹਨੇ ਕਿਹਾ, ਜੀ ਠੀਕ ਹੈ, ਮੈਂ ਮਤਲਬ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਨਾ ਕਿ ਤੁਸੀਂ ਮੇਰੇ 'ਤੇ ਇਤਮਾਦ ਕੀਤਾ ਜਾਂ ਮੇਰੇ 'ਤੇ ਯਕੀਨ ਕਰਦੇ ਹੋ ਅਤੇ ਇਨਸ਼ਾ ਅੱਲਾਹ ਤਾਲਾ ਮੈਂ ਤੁਹਾਡੀ ਗੱਲ 'ਤੇ ਪੂਰਾ ਉਤਰਾਂਗਾ, ਤੁਹਾਡੇ ਯਕੀਨ ਤੋੜਾਂਗਾ ਨਹੀਂ। ਉਹਨੇ ਕਿਹਾ, ਯਾਰ ਮੇਰੇ ਕੋਲ 5000 ਦਿਰਹਮ ਜਿਹੜਾ ਇਹ ਜਮ੍ਹਾਂ ਹੈ, ਇਹ ਤੂੰ ਆਪਣੇ ਕੋਲ ਰੱਖ ਲੈ ਅਤੇ ਮੈਨੂੰ ਜਿਸ ਵੇਲੇ ਜ਼ਰੂਰਤ ਪਏਗੀ ਮੈਂ ਤੇਰੇ ਕੋਲੋਂ ਲੈ ਲਾਂਗਾ ਤਾਂ ਕਿ ਮੇਰੀ ਜ਼ਿੰਦਗੀ ਦਾ ਸਿਲਸਿਲਾ ਜਿਹੜਾ ਨਾ ਉਹ ਚੱਲਦਾ ਰਹੇ। ਉਹਨੇ ਕਿਹਾ, ਜੀ ਬੇਫਿਕਰ ਹੋ ਜਾਓ, ਕੋਈ ਮਸਲਾ ਹੀ ਨਹੀਂਗਾ। ਉਹਨੇ ਉਹ 5000 ਦਰਹਮ ਉਹਦੇ ਕੋਲ ਰਖਾ ਦਿੱਤਾ ਅਤੇ ਵਾਕਈ ਹੀ ਉਹ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਉਹ 2-4 ਮਹੀਨੇ ਤੋਂ ਬਾਅਦ ਬਿਲਕੁਲ ਅੰਨਾ ਹੋ ਗਿਆ। ਉਹਨੂੰ ਕੋਈ ਚੀਜ਼ ਦਿਖਾਈ ਨਾ ਦੇਵੇ, ਬੜਾ ਪਰੇਸ਼ਾਨ ਹੋ ਗਿਆ, ਬੇਰੁਜ਼ਗਾਰ ਹੋ ਗਿਆ ਕਿਉਂਕਿ ਜਿਸ ਵੇਲੇ ਅੰਨਾ ਹੋ ਗਿਆ ਤਾਂ ਕੰਮਕਾਜ ਵੀ ਕੋਈ ਨਾ ਰਿਹਾ। ਉਹਦੀ ਔਰਤ ਜਿਹੜੀ ਬਹੁਤ ਖੂਬਸੂਰਤ ਸੀ, ਜਿਹੜੇ 'ਤੇ ਉਹ ਬੰਦਾ ਜਿਹੜਾ ਉਹ ਬੜਾ ਸ਼ਾਤਰ ਕਿਸਮ ਦਾ ਇਨਸਾਨ ਸੀ, ਹਮਸਾਇਆ ਸੀ, ਉਹ ਲੱਟੂ ਹੋਇਆ ਸੀ, ਉਹ ਉਹਦੇ ਵੱਲ ਜਦੋਂ ਵੀ ਉਹ ਕਿਤੇ ਨਜ਼ਰ ਆਉਂਦੀ ਸੀ ਉਹ ਬੜੀ ਗਹਿਰਾਈ ਨਾਲ ਉਹਦੇ ਵੱਲ ਦੇਖਦਾ ਸੀ, ਬੜੀ ਗੰਦੀ ਨਜ਼ਰ ਨਾਲ ਦੇਖਦਾ ਸੀ। ਉਹ ਬੰਦੇ ਨੇ ਜਿਸ ਵੇਲੇ ਉਹ ਬਿਮਾਰ ਹੋ ਗਿਆ, ਲਾਗਰ ਹੋ ਗਿਆ, ਉਹਨੇ ਆਪਣੀ ਔਰਤ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਕਿ ਮੇਰਾ ਇਹ ਫਲਾਂ ਦੋਸਤ ਹੈ ਅਤੇ ਤੂੰ ਉਹਦੇ ਕੋਲ ਜਾ, ਮੈਂ ਉਹਦੇ ਕੋਲ 5000 ਦਿਰਹਮ ਜਿਹੜਾ ਉਹ ਰਖਾਇਆ ਹੈ, ਤੂੰ ਉਹਨੂੰ ਕਹੋ ਕਿ ਮੈਨੂੰ 500 ਜਿਹੜਾ ਦਿਰਹਮ ਹੈ ਉਹ ਦੇਵੇ ਅਤੇ ਅਸੀਂ ਕੋਈ ਆਪਣੇ ਘਰ ਦੀ ਜ਼ਰੂਰਤਾਂ ਪੂਰੀਆਂ ਕਰ ਲਈਏ। ਉਹ ਔਰਤ ਗਈ ਉਹਦੇ ਕੋਲ। ਜਿਸ ਵੇਲੇ ਉਹ ਉਹਦੇ ਕੋਲ ਗਈ, ਉਹਨੇ ਉਹਨੂੰ ਬੜੀ ਆਓ ਭਗਤ ਕੀਤੀ, ਉਹਨੂੰ ਬਿਠਾਇਆ, ਚਾਹ ਪਾਣੀ ਪੁੱਛਿਆ, ਆਉਣ ਦਾ ਸਬਬ ਪੁੱਛਿਆ ਅਤੇ ਉਹਨੇ ਕਿਹਾ ਕਿ ਜੀ ਇਸ ਤਰ੍ਹਾਂ ਮੇਰੇ ਬੰਦੇ ਨੇ ਕਿਹਾ ਕਿ ਉਹਨੇ ਤੇਰੇ ਕੋਲ 5000 ਦਰਹਮ ਜਿਹੜਾ ਹੈ ਉਹ ਰਖਾਇਆ ਹੈ, ਉਹਦੇ 'ਚੋਂ 500 ਦਿਰਹਮ ਸਾਨੂੰ ਦੇ ਤਾਂ ਕਿ ਅਸੀਂ ਆਪਣੇ ਘਰ ਦਾ ਨਿਜ਼ਾਮ ਚਲਾ ਲਈਏ। ਮੇਰਾ ਬੰਦਾ ਬਿਮਾਰ ਹੈ, ਅੰਨਾ ਹੋ ਗਿਆ, ਉਹਨੂੰ ਨਜ਼ਰ ਕੋਈ ਨਹੀਂ ਆਉਂਦਾ ਅਤੇ ਸਾਡੇ ਘਰ ਦਾ ਸਿਲਸਿਲਾ ਜਿਹੜਾ ਨਾ ਉਹ ਰੁਕ ਗਿਆ। ਉਹਨੇ ਕਿਹਾ ਕਿ ਮੈਂ ਹੈਰਾਨ ਹਾਂ ਤੇਰੀ ਅਕਲਮੰਦੀ 'ਤੇ ਕਿ ਤੂੰ ਐਡੀ ਖੂਬਸੂਰਤ ਹੈ, ਅੱਲਾ ਨੇ ਤੈਨੂੰ ਇੰਨਾ ਹੁਸਨ ਦਿੱਤਾ ਹੈ, ਇੰਨੇ ਹੁਸਨ ਨਾਲ ਤੈਨੂੰ ਨਵਾਜ਼ਿਆ ਅਤੇ ਤੂੰ ਇਸ ਐਸੇ ਬੰਦੇ ਦੇ ਨਾਲ ਰਹਿ ਰਹੀ ਹੈ ਜਿਹੜਾ ਅੱਖਾਂ ਤੋਂ ਅੰਨਾ ਹੈ ਔਰ ਉਹ ਬਿਲਕੁਲ ਜਿਸਮਾਨੀ ਤੌਰ 'ਤੇ ਜ਼ਹੀਫੁਲ ਉਮਰ ਹੋ ਚੁੱਕਿਆ ਹੈ ਅਤੇ ਤੈਨੂੰ ਉਹ ਕੀ ਤੇਰੀ ਖਵਾਹਿਸ਼ਾਂ ਪੂਰੀਆਂ ਕਰ ਸਕਦਾ ਹੈ ਅਤੇ ਤੂੰ ਅਗਰ ਮੈਨੂੰ ਖਿਦਮਤ ਦਾ ਮੌਕਾ ਦੇਵੇਂ ਅਤੇ ਮੈਂ ਤੈਨੂੰ ਦੁਨੀਆ ਜਹਾਨ ਦੀਆਂ ਸਾਰੀਆਂ ਨਿਅਮਤਾਂ ਅਤਾ ਕਰ ਸਕਣਾ।
ਮੈਂ ਤੈਨੂੰ ਖੁਸ਼ ਰੱਖਾਂਗਾ ਤੇ ਤੂੰ ਮੇਰੇ ਨਾਲ ਤੁਅੱਲਕ ਇਸਤਵਾਰ ਕਰ ਲੈ ਤੇ ਪੈਸੇ ਦੀ ਵੀ ਮਾਲੋ ਦੌਲਤ ਦੀ ਵੀ ਤੈਨੂੰ ਮੈਂ ਕਮੀ ਨਹੀਂ ਆਉਣ ਦਿਆਂਗਾ, ਤੈਨੂੰ ਜ਼ਿੰਦਗੀ ਦੀਆਂ ਹਰ ਸਾਇਸ਼ਾਂ ਦੇ ਦਿਆਂਗਾ। ਜਿਸ ਵੇਲੇ ਉਸ ਬੰਦੇ ਦੀ ਉਸ ਔਰਤ ਨੇ ਗੱਲਾਂ ਸੁਣੀਆਂ, ਉਹਨੂੰ ਗੁੱਸਾ ਆ ਗਿਆ ਕਿ ਉਹ ਕੋਈ ਸ਼ਰੀਫੁਲ ਨਫਸ ਔਰਤ ਸੀ। ਉਹਨੇ ਉਹਨੂੰ ਬੁਰਾ ਭਲਾ ਕਿਹਾ ਤੇ ਬੁਰਾ ਭਲਾ ਕਹਿ ਕੇ ਘਰ ਆ ਗਈ। ਜਿਸ ਵੇਲੇ ਉਹ ਘਰ ਆ ਗਈ ਤੇ ਉਹਨੇ ਆ ਕੇ ਆਪਣੇ ਬੰਦੇ ਨੂੰ ਦੱਸਿਆ ਕਿ ਉਹ ਬੰਦਾ ਪੈਸੇ ਦੇਣ ਤੋਂ ਇਨਕਾਰੀ ਹੈ, ਬਲਕਿ ਉਹ ਬੜਾ ਬਦਤਮੀਜ਼ ਇਨਸਾਨ ਹੈ, ਉਹਨੇ ਮੇਰੇ ਨਾਲ ਇਹੋ ਜਿਹੀਆਂ ਵਾਹਿਯਾਤ ਗੱਲਾਂ ਕੀਤੀਆਂ ਨੇ। ਤੇ ਉਹ ਬੰਦਾ ਪਰੇਸ਼ਾਨ ਹੋ ਗਿਆ, ਕਿਉਂਕਿ ਉਹ ਵਿਚਾਰਾ ਅੰਨਾ ਹੋ ਚੁੱਕਿਆ ਸੀ, ਕੁਝ ਕਰ ਤੇ ਸਕਦਾ ਨਹੀਂ ਸੀ, ਨਾ ਉਹ ਬਾਹਰ ਜਾ ਸਕਦਾ ਸੀ, ਨਾ ਉਹਨੂੰ ਨਜ਼ਰ ਆਉਂਦਾ ਸੀ। ਖੈਰ, ਉਹਨੇ ਪਰੇਸ਼ਾਨ ਹੋ ਕੇ ਇੱਕ ਦੋ ਦਿਨ ਸੋਚਣ ਤੋਂ ਬਾਅਦ ਉਹਨੇ ਆਪਣੀ ਬੀਵੀ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਕਿ ਸ਼ਹਿਰ ਦਾ ਮੁਨਸਫ ਜਿਹੜਾ ਉਹਦੇ ਕੋਲ ਚਲੀ ਜਾ, ਉਹ ਮੇਰਾ ਦੋਸਤ ਹੈ, ਉਹ ਮੇਰੇ ਜਾਣਨ ਵਾਲਾ ਹੈ, ਉਹਨੂੰ ਜਾ ਕੇ ਸਾਰਾ ਮਾਜਰਾ ਦੱਸ, ਉਹ ਸਾਡਾ ਕੋਈ ਮਸਲਾ ਹੱਲ ਕਰਾ ਦੇਗਾ। औरत अगले दिन उस मुनसफ को चली जाती है। उस मुनसफ को जिस वेले गई, उस मुनसफ ने देखा औरत इतनी खूबसूरत हसीनो जमील औरत देख के उसका दिल भी बेईमान हो गया। उन्हें उन्होंने बिठाया, चाह पानी पूछया तो जिस वेले उन्हें अपना सारा किस्सा सुनाया कि इस तरह मैं फलाने बंदे की औरत हाँ, वो अंधा हो गया है तो साढ़े पैसे फलां बंदे को पे सन, वो साडू देन तो इनकारी है। तो उन्हें कहा कि यह कि तू गल कर रही है, मैं वो हुणे ही जनाब मामला हल कर लेना, मैं उन्होंने बुलाना, उन्होंने मैं जनाब खिंचना, मैं उसके पैसे तुहानूं लैके देना, ये किहड़ी गल है, क्यों नहीं पैसे देगा। तो वो वास्ते तैनूं ये है कि तैनूं मेरे नाल तुअल्लक बनाने पैणगे, मेरे नाल तुहानूं तुअल्लकात जिहड़े ना इस्तवार करने पैणगे। औरत नूं गुस्सा आ गया, उन्हें उन्होंने भी बुरा भला किया, अपने घर वापस आ गई। उन्हें घर आके अपने बंदे नाल फिर वो सारा कुछ माजरा दसिया कि उन्हें भी बदतमीजी की है, उसकी भी नीयत मेरे ते बुरी हुई है। उन्हें कहा तू इस तरह कर, वलीए शहर को चली जा, वो मेरा दोस्त है, मेरा गाहक सी, बड़ा अच्छा इंसान है, उन्होंने जाके माजरा दस, वो साडा मसला हल कर देगा। वो अगले दिन वलीए शहर को चली गई। वलीए शहर में जाके सारी कहानी सुनाई, सारी गल दसी। वली शहर ने भी वह हुस्न जमाल देख के अपने आप ते काबू ना रख सकिया, अपने आप ते कंट्रोल खो गया। तो उन्हें भी अपने दिल की कढ़ के गल उन्होंने दस दी कि बीबी अगर तू मेरे नाल तुअल्लक बना लें, मेरी तू दोस्त बन जाए तो मैं तेरा सारा मसला हल करा देंगा। उन्होंने की जरूरत है कि वह तेनों पैसे ना देन, मैं वो को तेनों पैसे भी लै देंगा, बल्कि तेनों होर भी कोई ज़रूरत होवे तो तू मैनू दसना है। उन्होंने फिर गुस्सा आया, उन्हें उन्होंने भी बुरा भला किया, बुरा भला कह के वो घर आ जाती है। आके उन्हें फिर अपने बंदे नूं दसिया कि उसकी नीयत भी मेरे ते खराब हो गई, वो भी मैनू इस तरह गल्लां कीतियां ने। उन्हें कहा अच्छा तू इस तरह कर, सुबह काजी को चली जाई, काजी नूं जाके सारा माजरा दसी तो काजी साडा मसला हल कर देगा। वो अगले दिन काजी को चली जाती है। काजी के दरबार जिस वेले पहुंची, काजी ने इतनी हसीन खूबसूरत औरत देखी, काजी साहब भी जनाब डामाडोल हो गए, कारी साहब दियाँ भी लारां वग गईयां। कारी ने देखा इतनी खूबसूरत औरत, उन्हें पूछा, बिठाया की मसला है, उन्हें दसिया, जिस वेले अपना मसला सारा दसिया। उन्हें कहा यह किस तरह हो सकता है कि तुहाडे पैसे ना देवे, मैं उन्होंने हुणे खिंचना, मैं हुणे उन्होंने बुला के उसकी शामत लिया आना, उसकी तबीयत ठीक कर लेना, वो तेनों पैसे क्यों नहीं दिंदा, तो तू कोई मसला नहीं गा, तू मैनू खिदमत का मौका दे, मैं वो सारे मामला तेरे हल कर देंगा। तो वो नाल उन्हें भी वह जिहियां चापलूसी दियां गल्लां कीतियां ते खुल के अपने दिल का राज जिस दसिया। तो वह भी यही चाहता सी कि मेरे नाल दोस्ती कर लै तो मैं तेनों दुनिया जहान की सारियां नियमतां दे देंगा, आसमान तो तारे तोड़ के लिया देंगा। उन्हें जिस वेले उहदियां भी गल्लां सुनियां तो उन्होंने समझ आ गई कि काजी भी एक जड़ा ना बदकरदार इंसान है। उहदियां गल्लां सुन के भी उन्होंने बुरा भला कह के वापस घर आ गई। आके घर अपने बंदे नाल दसिया कि वह भी इनसे कैटागरी का इंसान है, उन्हें भी मेरे नाल इहो जिहियां गल्लां कीतियां ने। बंदा परेशान हो गया, चूँकि बीमार सी, कुछ कर तो सकता नहीं सी। उन्हें अगले दिन सोच के फिर अपनी बीवी नूं कहा कि अच्छा एक दरवाज़ा रह गया खटकाण वाला, वो दरवाज़ा भी खटका के देख लै, शायद वो साडा मसला हल कर दे। तू इस तरह कर, दरोगा शहर को चली जा, उन्होंने जाके कहानी सुना, उन्होंने अपनी दास्तान दस तो वो साडा मसला ज़रूर हल कर देगा। औरत अगले दिन दरोगा शहर को चली गई, उन्होंने जाके सारा माजरा सुनाया। उन्हें सारा माजरा सुन के
ਉਹਨੂੰ ਕਿਹਾ ਕਿ ਬੜੀ ਤਸੱਲੀ ਦਿੱਤੀ ਕਿ ਤੂੰ ਬੀਬੀ ਬਿਲਕੁਲ ਫਿਕਰ ਨਾ ਕਰ, ਤੇਰਾ ਮਸਲਾ ਹੁਣੇ ਹੀ ਹੱਲ ਹੋ ਜਾਂਦਾ ਹੈ। ਮੈਂ ਹੁਣੇ ਹੀ ਆਪਣੇ ਸਿਪਾਹੀਆਂ ਨੂੰ ਭੇਜਣਾ, ਮੈਂ ਉਹਨੂੰ ਬੁਲਾਉਣਾ, ਉਹਦੀ ਤਬੀਅਤ ਟਿਕਾਣੇ ਲੈ ਆਉਂਦੇ ਹਾਂ, ਉਹਦੀ ਸ਼ਤਰੋਲ ਕਰਨੇ ਆ, ਤੇਰੇ ਪੈਸੇ ਉਹਨੂੰ ਲੈ ਕੇ ਦਿੰਦੇ ਆ, ਅਤੇ ਤੂੰ ਜ਼ਰਾ ਬਸ ਇੱਕ ਮਿਹਰਬਾਨੀ ਕਰ ਕਿ ਮੈਨੂੰ ਖੁਸ਼ ਕਰ ਦੇ। ਉਹਨੇ ਵੀ ਜਿਸ ਵੇਲੇ ਉਹਦੀਆਂ ਵੀ ਗੱਲਾਂ ਸੁਣੀਆਂ ਉਹਨੂੰ ਗੁੱਸਾ ਆ ਗਿਆ, ਉਹਨੇ ਉਹਨੂੰ ਵੀ ਬੁਰਾ ਭਲਾ ਕਿਹਾ ਅਤੇ ਘਰ ਆ ਗਈ ਅਤੇ ਘਰ ਆ ਕੇ ਆਪਣੇ ਬੰਦੇ ਨੂੰ ਦੱਸਿਆ ਕਿ ਜਿਸ ਪਾਸੇ ਵੀ ਜਾਂਦੀ ਹਾਂ ਲੋਕ ਮੇਰੇ ਹੁਸਨ ਨੂੰ ਮੇਰੇ ਦੇਖ ਕੇ ਅਤੇ ਮੁਤਾਸਰ ਹੋ ਜਾਂਦੇ ਨੇ, ਲੋਕ ਮੇਰੇ 'ਤੇ ਬਦਨੀਅਤੀ ਕਰ ਲੈਂਦੇ ਨੇ, ਅਤੇ ਮੈਂ ਹੁਣ ਇਸ ਤੋਂ ਅੱਗੇ ਕਿਤੇ ਨਹੀਂ ਜਾਣਾ। ਉਹ ਬੰਦਾ ਵੀ ਵਿਚਾਰਾ ਪਰੇਸ਼ਾਨ ਸੀ, ਉਹ ਸੋਚ ਰਿਹਾ ਸੀ ਕਿ ਯਾਰ ਮੈਂ ਹੁਣ ਕੀ ਕਰਾਂ, ਕਿਉਂਕਿ ਅੰਧਾ ਹੋ ਗਿਆ ਸੀ, ਕੁਛ ਕਰ ਤੇ ਸਕਦਾ ਨਹੀਂ ਸੀ, ਬਿਮਾਰ ਸੀ, ਲਾਗਰ ਸੀ, ਲਾਚਾਰ ਸੀ। ਖੈਰ ਔਰਤ ਨੇ ਸੋਚਿਆ ਅਤੇ ਸੋਚ ਕੇ ਬਾਜ਼ਾਰ ਗਈ, ਇੱਕ ਸੰਦੂਕ ਬਣਾਉਣ ਵਾਲੇ ਕੋਲ ਚਲੀ ਗਈ, ਉਹਨੂੰ ਇੱਕ ਆਰਡਰ ਦਿੱਤਾ ਕਿ ਇੱਕ ਸੰਦੂਕ ਮੈਨੂੰ ਬਣਾ ਕੇ ਦੇ ਵੱਡੇ ਸਾਈਜ਼ ਦਾ, ਉਹਦੇ 4 ਖਾਨੇ ਹੋਣੇ ਚਾਹੀਦੇ ਨੇ, 4 ਦੇ ਲਹਿਦਾ ਦਰਵਾਜ਼ੇ ਹੋਣੇ ਚਾਹੀਦੇ ਨੇ, ਇੰਨਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਇੱਕ ਬੰਦਾ ਆਰਾਮ ਨਾਲ ਬਹਿ ਸਕੇ, ਇੱਕ ਖਾਨਾ ਐਡਾ ਹੋਣਾ ਚਾਹੀਦਾ। ਉਹਨੇ ਉਹ ਸੰਦੂਕ ਤਿਆਰ ਕਰ ਦਿੱਤਾ। ਸੰਦੂਕ ਤਿਆਰ ਕਰਕੇ ਜਿਸ ਵੇਲੇ ਘਰ ਆ ਗਿਆ ਅਤੇ ਉਹਨੇ ਪਹਿਲੇ ਉਹ ਆਪਣਾ ਹਮਸਾਇਆ ਜਿਹਨੇ 5000 ਦਿਰਹਮ ਦੇਣ ਤੋਂ ਇਨਕਾਰ ਕੀਤਾ ਸੀ ਉਹਦੇ ਕੋਲ ਗਈ, ਉਹਨੂੰ ਜਾ ਕੇ ਬੜੇ ਮੁਸਕਰਾਹਟ ਨਾਲ ਪਿਆਰ ਨਾਲ ਉਹਨੂੰ ਮੁਤਾਸਰ ਕੀਤਾ, ਉਹਦੇ ਕੋਲੋਂ ਮਾਜ਼ਰਤ ਕੀਤੀ ਕਿ ਜਨਾਬ ਮੈਂ ਉਸ ਦਿਨ ਗੁੱਸੇ 'ਚ ਤੁਹਾਨੂੰ ਪਤਾ ਨਹੀਂ ਕੀ ਕਹਿ ਗਈ ਅਤੇ ਮੈਨੂੰ ਆਪਣੀ ਗੱਲ 'ਤੇ ਸ਼ਰਮਿੰਦਗੀ ਹੈ, ਅਤੇ ਤੁਸੀਂ ਜੋ ਕਹਿੰਦੇ ਸੋ ਮੈਂ ਇਨਸ਼ਾ ਅੱਲਾਹ ਤਾਲਾ ਸਾਰੀ ਗੱਲਾਂ ਤੁਹਾਡੀਆਂ ਪੂਰੀਆਂ ਕਰਨ ਨੂੰ ਤਿਆਰ ਹਾਂ, ਅਤੇ ਤੁਸੀਂ ਮਿਹਰਬਾਨੀ ਕਰੋ, ਮੈਂ ਤੁਹਾਡੀ ਦਾਵਤ ਕਰਨਾ ਚਾਹੁੰਦੀ ਹਾਂ, ਤੁਸੀਂ ਮੈਨੂੰ ਖਿਦਮਤ ਦਾ ਮੌਕਾ ਦਿਓ, ਤੁਸੀਂ ਮੇਰੇ ਘਰ ਆਓ, ਨਾਲੇ ਬਹਿ ਕੇ ਦਿਲ ਦੀਆਂ ਗੱਲਾਂ ਕਰਾਂਗੇ ਅਤੇ ਨਾਲੇ ਖਾਣਾ ਖਾਵਾਂਗੇ। ਉਹ ਬੰਦਾ ਬੜਾ ਖੁਸ਼ ਹੋਇਆ, ਬੜਾ ਖੁਸ਼ ਹੋ ਕੇ ਉਹਨੇ ਕਿਹਾ ਕਿ ਮੈਂ ਇਨਸ਼ਾ ਅੱਲਾਹ ਤਾਲਾ ਸੁਬਹ ਤੇਰੇ ਕੋਲ ਆ ਜਾਵਾਂਗਾ ਅਤੇ ਕੋਈ ਮਸਲਾ ਹੀ ਨਹੀਂਗਾ, ਅਤੇ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ, ਪੈਸੇ ਤੂੰ ਜਿੰਨੇ ਕਵੇਂਗੀ ਮੈਂ ਤੈਨੂੰ ਦੇ ਦਿਆਂਗਾ। ਉਹਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਕੱਲ੍ਹ ਮੇਰੇ ਕੋਲ ਇੰਨੇ ਵਜੇ ਆ ਜਾਣਾ। ਉਸ ਤੋਂ ਬਾਅਦ ਉਹ ਮੁਨਸਫ ਕੋ ਚਲੀ ਗਈ, ਮੁਨਸਫ ਨੂੰ ਜਾ ਕੇ ਵੀ ਮਾਜ਼ਰਤ ਕੀਤੀ, ਮੁਨਸਫ ਨੂੰ ਵੀ ਉਹੀ ਗੱਲ ਸੁਣਾਈ ਕਿ ਜਨਾਬ ਮੈਂ ਤੁਹਾਡੇ ਕੋਲ ਆਈ ਅਤੇ ਮੇਰੇ ਮੂੰਹ 'ਚੋਂ ਤੁਹਾਡੇ ਖਿਲਾਫ ਕੋਈ ਗਲਤ ਗੱਲਾਂ ਨਿਕਲ ਗਈਆਂ, ਮੈਨੂੰ ਬਹੁਤ ਦੁੱਖ ਉਹਦਾ ਹੋਇਆ ਅਤੇ ਮੈਂ ਮਾਜ਼ਰਤ ਕਰਨ ਆਈ ਹਾਂ, ਅਤੇ ਤੁਸੀਂ ਮਿਹਰਬਾਨੀ ਕਰੋ ਮੈਨੂੰ ਮਾफ़ ਕਰ ਦਿਓ, ਅਤੇ ਮੈਂ ਤੁਹਾਡਾ ਖਾਣਾ ਕਰਨਾ ਚਾਹੁੰਦੀ ਹਾਂ, ਤੁਹਾਡੀ ਖਿਦਮਤ ਕਰਨਾ ਚਾਹੁੰਦੀ ਹਾਂ, ਤੁਸੀਂ ਜਿਸ ਤਰ੍ਹਾਂ ਕਹੋਗੇ ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ, ਤੁਹਾਨੂੰ ਖੁਸ਼ ਕਰ ਦਿਆਂਗੀ। ਤੁਸੀਂ ਕੱਲ੍ਹ ਇੰਨੇ ਵਜੇ ਮੇਰੇ ਘਰ ਤਸ਼ਰੀਫ ਲਿਆਉਣੀ ਹੈ ਅਤੇ ਇਕੱਠਾ ਖਾਣਾ ਖਾਵਾਂਗੇ, ਨਾਲੇ ਦਿਲ ਦੀਆਂ ਗੱਲਾਂ ਕਰਾਂਗੇ, ਨਾਲੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਾਂਗੇ। ਉਸ ਤੋਂ ਬਾਅਦ ਤੀਸਰੇ ਬੰਦੇ ਕੋਲ ਚਲੀ ਗਈ ਜਿਹੜਾ ਵਲੀਏ ਸ਼ਹਿਰ ਸੀ, ਵਲੀਏ ਸ਼ਹਿਰ ਕੋ ਜਾ ਕੇ ਵੀ ਮਾਜ਼ਰਤ ਕੀਤੀ। ਉਹਨੇ ਵੀ ਦੇਖਿਆ ਜਿਸ ਵੇਲੇ ਕਿ ਉਹ ਮੇਰੇ ਕੋਲ ਆਈ ਹੈ, ਉਹਨੇ ਬੜਾ ਖੁਸ਼ ਹੋਇਆ, ਉਹਨੇ ਕਿਹਾ ਨਹੀਂ ਕੋਈ ਗੱਲ ਨਹੀਂ, ਤੇਰੀਆਂ ਗੱਲਾਂ ਦਾ ਮੈਂ ਗੁੱਸਾ ਹੀ ਨਹੀਂ ਕੀਤਾ। ਉਹਨੇ ਕਿਹਾ ਨਹੀਂ ਮੈਂ ਕੁਝ ਤਲਖ ਗੱਲਾਂ ਤੇਰੇ ਨਾਲ ਕਰ ਗਈ ਸਾਂ, ਤੂੰ ਮਿਹਰਬਾਨੀ ਕਰ ਮੈਨੂੰ ਮਾफ़ ਕਰ ਦੇ, ਅਤੇ ਮਿਹਰਬਾਨੀ ਕਰਕੇ ਮੈਂ ਤੇਰੇ ਨਾਲ ਦੋਸਤੀ ਕਰਨ ਨੂੰ ਤਿਆਰ ਹਾਂ, ਤੂੰ ਕੱਲ੍ਹ ਮੇਰੇ ਘਰ ਆ, ਇਕੱਠਿਆਂ ਬਹਿ ਕੇ ਖਾਣਾ ਖਾਵਾਂਗੇ, ਪਿਆਰ ਮੁਹੱਬਤ ਦੀਆਂ ਗੱਲਾਂ ਕਰਾਂਗੇ। ਅਤੇ ਉਹ ਬੜਾ ਖੁਸ਼ ਹੋਇਆ, ਉਹਨੇ ਕਿਹਾ ਠੀਕ ਹੈ ਮੈਂ ਤੁਹਾਡੇ ਕੋਲ ਕੱਲ੍ਹ ਹਾਜ਼ਰ ਹੋ ਜਾਊਂਗਾ। ਉਸ ਤੋਂ ਬਾਅਦ ਉਹਨੇ ਅਗਲਾ ਸ਼ਿਕਾਰ ਜਿਹੜਾ ਸੀ ਉਹਦਾ ਜਿਹੜਾ ਕਾਜ਼ੀ ਸੀ, ਕਾਜ਼ੀ ਸਾਹਿਬ ਕੋਲ ਗਈ। ਕਾਜ਼ੀ ਸਾਹਿਬ ਨੇ ਜਿਸ ਵੇਲੇ ਦੇਖਿਆ ਕਿ ਉਹ ਔਰਤ ਦੁਬਾਰਾ ਆਈ ਹੈ, ਕਾਜ਼ੀ ਸਾਹਿਬ ਨੇ ਫੌਰੀ ਤੌਰ 'ਤੇ ਆਪਣੇ ਆਪ ਨੂੰ ਸੰਭਾਲਿਆ, ਸਿੱਧਾ ਪੱਧਰਾ ਹੋ ਕੇ ਬਹਿ ਗਿਆ ਅਤੇ ਉਹਨੇ ਗਈ ਕਾਜ਼ੀ ਸਾਹਿਬ ਕੋਲ ਜਾ ਕੇ ਸਲਾਮ ਕੀਤੀ, ਕਾਜ਼ੀ ਸਾਹਿਬ ਕੋਲੋਂ ਮਾਜ਼ਰਤ ਕੀਤੀ ਕਿ ਕਾਜ਼ੀ ਸਾਹਿਬ ਤੁਸੀਂ ਬੜੇ ਅੱਛੇ ਹੋ, ਬੜੇ ਖੂਬਸੂਰਤ ਹੋ, ਬੜੇ ਨਫੀਸ ਇਨਸਾਨ ਹੋ, ਮੇਰੇ ਕੋਲੋਂ ਉਸ ਦਿਨ ਤੁਹਾਡੇ ਵਾਸਤੇ ਕੋਈ ਤਲਖ ਗੱਲਾਂ ਨਿਕਲ ਗਈਆਂ ਸਨ, ਮੈਂ ਤੁਹਾਡੇ ਕੋਲ ਮਾਜ਼ਰਤ ਕਰਨ ਆਈ ਹਾਂ, ਮਿਹਰਬਾਨੀ ਕਰਕੇ ਮੇਰੀ ਮਾਜ਼ਰਤ ਕਬੂਲ ਕਰੋ ਅਤੇ ਮੈਨੂੰ ਖਿਦਮਤ ਦਾ ਮੌਕਾ ਦਿਓ, ਮੈਂ ਤੁਹਾਡੀ ਖਿਦਮਤ ਕਰਨਾ ਚਾਹੁੰਦੀ ਹਾਂ, ਅਤੇ ਤੁਸੀਂ ਜਿਸ ਤਰ੍ਹਾਂ ਕਹੋਗੇ, ਜਿਸ ਤਰ੍ਹਾਂ ਰਾਜ਼ੀ ਹੋਵੋਗੇ, ਮੈਂ ਹਰ ਕੁਛ ਕਰਨ ਨੂੰ ਤਿਆਰ ਹਾਂ। ਤੁਸੀਂ ਕੱਲ੍ਹ ਮੇਰੇ ਕੋਲ ਖਾਣਾ ਖਾਣਾ ਹੈ, ਮੇਰੇ ਨਾਲ ਖਾਣਾ ਖਾਣਾ ਹੈ, ਘਰ ਬੈਠਾਂਗੇ, ਦਿਲ ਦੀਆਂ ਗੱਲਾਂ ਕਰਾਂਗੇ, ਨਾਲੇ ਪਿਆਰ ਮੁਹੱਬਤ ਦੀਆਂ ਗੱਲਾਂ ਵੀ ਕਰਾਂਗੇ। ਕਾਜ਼ੀ ਸਾਹਿਬ ਵੀ ਜਨਾਬ ਬੜੇ ਖੁਸ਼ ਹੋਏ, ਉਹਨੇ ਕਿਹਾ ਮੈਂ ਇਨਸ਼ਾਅੱਲਾ ਕੱਲ੍ਹ ਹਾਜ਼ਰ ਹੋ ਜਾਵਾਂਗਾ। ਉਸ ਤੋਂ ਬਾਅਦ ਦਰੋਗਾ ਸ਼ਹਿਰ ਕੋ ਗਈ, ਦਰੋਗਾ ਸ਼ਹਿਰ ਕੋ ਜਾ ਕੇ ਵੀ ਉਹਨੇ ਉਸ ਤਰ੍ਹਾਂ ਹੀ ਚਾਹ ਪਲੋਸੀ ਦੀਆਂ ਮਿੱਠੀਆਂ ਗੱਲਾਂ ਕੀਤੀਆਂ, ਉਹਨੂੰ ਵੀ ਦਾਵਤ ਦਿੱਤੀ, ਉਹਨੂੰ ਵੀ ਕੱਲ੍ਹ ਦਾ ਬੁਲਾਵਾ ਦੇ ਕੇ ਵਾਪਸ ਆ ਗਈ। ਘਰ ਆ ਕੇ ਆਪਣੀਆਂ ਮੁਲਾਜ਼ਮਾਂ ਜਿਹੜੀਆਂ ਸਨ ਉਹਦੀਆਂ, ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਕੱਲ੍ਹ ਮੈਂ ਦਾਵਤ ਕੀਤੀ ਹੈ, ਕੋਈ 2-4 ਬੰਦਿਆਂ ਦੀ ਖਾਣਾ ਤਿਆਰ ਕੀਤਾ ਜਾਏ, ਉਹਨਾਂ ਵਾਸਤੇ ਇਤਮਾਮ ਕੀਤਾ ਜਾਏ। ਬਾਕੀ ਵੀ ਮਾਮਲਾਤ ਜਿਹੜੇ ਸਨ ਉਹਨੇ ਉਹਨਾਂ ਨਾਲ ਸੈਟਲ ਡਾਊਨ ਕਰ ਲਏ, ਉਹਨਾਂ ਨਾਲ ਸਮਝਾ ਲਿਆ ਕਿ ਇੰਝ ਕੰਮ ਕਰਨਾ। ਖੈਰ ਅਗਲਾ ਦਿਨ ਜਿਸ ਵੇਲੇ ਹੋਇਆ ਉਹਨੇ ਖਾਣਾ ਛਾਣਾ ਤਿਆਰ ਕੀਤਾ
ਤੇ ਟਾਈਮ ਦੇ ਉੱਤੇ ਉਹ ਜਿਹੜਾ ਹਮਸਾਇਆ ਸੀ ਉਹਨੇ ਆ ਕੇ ਘਰ ਦਾ ਦਰਵਾਜ਼ਾ ਜਿਹੜਾ ਉਹ ਖਟਕਾਇਆ। ਉਹ ਗਈ, ਉਹਨੇ ਜਾ ਕੇ ਦੇਖਿਆ ਤੇ ਹਮਸਾਇਆ ਜਿਹੜਾ ਉਹ ਜਨਾਬ ਬੜਾ ਖੂਬਸੂਰਤ ਲਿਬਾਸ ਪਾ ਕੇ ਬਨ ਥੰਮਰ ਕੇ ਉਹ ਜਨਾਬ ਸਾਹਮਣੇ ਖੜਾ ਸੀ। ਉਹਨੇ ਵੈਲਕਮ ਕੀਤਾ, ਉਹਨੇ ਲੈ ਕੇ ਉਹਨੂੰ ਅੰਦਰ ਕਮਰੇ 'ਚ ਆ ਗਈ। ਕਮਰੇ 'ਚ ਆ ਕੇ ਉਹਨੇ ਜਨਾਬ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਉਹਨੂੰ ਗੱਲਾਂ ਕਰ 'ਚ ਲਾਇਆ। ਉਸ ਤੋਂ ਬਾਅਦ ਜਨਾਬ ਉਹਨੂੰ ਕਿਹਾ ਕਿ ਜਨਾਬ ਤੁਹਾਡੇ ਕੱਪੜੇ ਜਿਹੜੇ ਨੇ ਐਡੇ ਖੂਬਸੂਰਤ ਤੁਸੀਂ ਲਿਬਾਸ ਪਾਇਆ ਹੈ, ਇਹ ਖ਼ਰਾਬ ਹੋ ਜਾਏਗਾ, ਇਹਨੂੰ ਲਾਹ ਕੇ ਸਾਈਡ 'ਤੇ ਰੱਖ ਲਵੋ। ਉਹਨੇ ਜਨਾਬ ਫੌਰੀ ਤੌਰ 'ਤੇ ਲਿਬਾਸ ਆਪਣਾ ਲਾਹ ਕੇ ਸਾਈਡ 'ਤੇ ਰੱਖ ਲਿਆ। ਤੇ ਜਿਸ ਵੇਲੇ ਲਿਬਾਸ ਲਾਹ ਕੇ ਉਹਨੇ ਸਾਈਡ 'ਤੇ ਰੱਖ ਲਿਆ ਤੇ ਬਾਹਰੋਂ ਦਰਵਾਜ਼ਾ ਫਿਰ ਖੜਕ ਪਿਆ। ਉਹ ਜਿਹੜੀ ਸੀ ਨੌਕਰਾਨੀ, ਉਹਨੇ ਆ ਕੇ ਕਿਹਾ ਕਿ ਬਾਜੀ ਤੁਹਾਡੇ ਭਾਈ ਆਏ ਨੇ ਤੇ ਉਹ ਤੁਹਾਡੇ ਮੀਆਂ ਦਾ ਪਤਾ ਕਰਨ ਵਾਸਤੇ ਆਏ ਨੇ। ਉਹਨੇ ਕਿਹਾ ਅੱਛਾ ਮੈਂ ਆ ਰਹੀ। ਉਹਨੇ ਉਹਨਾਂ ਨੂੰ ਕਿਹਾ ਕਿ ਜਨਾਬ ਗੱਲ ਇਹ ਹੈ, ਥੋੜ੍ਹੀ ਮਿੰਟ ਤਕਲੀਫ ਤੁਹਾਨੂੰ ਮੈਂ ਦਿੱਤੀ ਕਿ ਮੇਰੇ ਭਾਈ ਆ ਗਿਆ, ਮੈਂ ਜ਼ਰਾ ਉਹਨੂੰ 2 ਮਿੰਟ ਟਾਲ ਕੇ ਆ ਰਹੀ ਹਾਂ, ਫਿਰ ਬਹਿ ਕੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਨੀਆਂ। ਤੁਸੀਂ ਉਨੀ ਚਿਰ ਇਹ ਮਤਲਬ ਬੈਠੋ ਇੱਥੇ ਤੇ ਮੈਂ ਉਹਨੂੰ ਮਤਲਬ ਟਾਲ ਮਟੋਲਾ ਕਰਕੇ ਤੇ ਵਾਪਸ ਆ ਰਹੀ। ਜਿਸ ਵੇਲੇ ਉਹਨੂੰ ਬਾਹਰ ਆਈ, ਭਾਈ ਤੇ ਕੋਈ ਨਹੀਂ ਸੀ ਆਇਆ। ਉਹ ਤੇ ਸਿਰਫ ਇੱਕ ਤਰੀਕਾ ਸੀ ਗੱਲਬਾਤ ਕਰਨ ਦਾ, ਉਹਨੂੰ ਟਾਲਣ ਦਾ ਤਰੀਕਾ ਸੀ। ਉਸ ਤੋਂ ਬਾਅਦ ਜਨਾਬ ਥੋੜ੍ਹੀ ਦੇਰ ਬਾਅਦ ਉਹ ਦੁਬਾਰਾ ਅੰਦਰ ਆਈ। ਉਹਨੇ ਆ ਕੇ ਜਨਾਬ ਉਹਦੇ ਕੋਲ ਬੈਠੀ। ਉਹਨੇ ਕਿਹਾ ਮਾਜ਼ਰਤ ਚਾਹੁੰਦੀ ਹਾਂ, ਟਾਈਮ ਲੱਗ ਗਿਆ, ਭਾਈ ਜਾਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ ਤੇ ਹੁਣ ਉਹ ਚਲਾ ਗਿਆ ਤੇ ਹੁਣ ਅਸੀਂ ਬਹਿੰਦੇ ਹਾਂ। ਅਜੇ ਬਹਿ ਕੇ ਗੱਲਬਾਤ ਕਰ ਹੀ ਰਹੇ ਸਨ ਤੇ ਦਰਵਾਜ਼ਾ ਖੜਕਿਆ ਤੇ ਉਹਨੇ ਆ ਕੇ ਜਨਾਬ ਉਹਨੇ ਦੇਖਿਆ ਕਿ ਦਰਵਾਜ਼ਾ ਖੜਕਿਆ। ਮੈਂ 1 ਮਿੰਟ ਆਈ। ਉਹਨੇ ਦੱਸਿਆ ਕਿ ਜੀ ਮੁਨਸਫ ਆਇਆ। ਉਹ ਬੜੀ ਪਰੇਸ਼ਾਨ ਹੋ ਗਿਆ। ਉਹਨੇ ਕਿਹਾ ਮੁਨਸਫ ਤੇਰੇ ਘਰ ਕੀ ਕਰਨ ਆ ਗਿਆ? ਉਹਨੇ ਕਿਹਾ ਮੁਨਸਫ ਮੇਰੇ ਬੰਦੇ ਦਾ ਦੋਸਤ ਹੈ ਤੇ ਉਹਦਾ ਪਤਾ ਕਰਨ ਆਇਆ, ਮੈਂ 2 ਮਿੰਟ 'ਚ ਆਈ। ਉਹਨੇ ਮੁਨਸਫ ਨੂੰ ਲਿਆ, ਉਹਨੂੰ ਵੀ ਕਮਰੇ 'ਚ ਬਿਠਾਇਆ, ਉਹਦੇ ਨਾਲ ਵੀ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ। ਉਹਨੇ ਵੀ ਪਿਆਰਾ ਜਿਹਾ ਲਿਬਾਸ, ਬੜਾ ਖੂਬਸੂਰਤ ਜਨਾਬੇ ਲਿਬਾਸ ਪਾਇਆ ਸੀ। ਉਹਨੇ ਉਹਨੂੰ ਕਿਹਾ ਕਿ ਭਲਿਆ ਤੂੰ ਇਹ ਲਿਬਾਸ ਤੇਰਾ ਖ਼ਰਾਬ ਹੋ ਜਾਏਗਾ, ਇਹਨੂੰ ਲਾਹ ਕੇ ਸਾਈਡ 'ਤੇ ਰੱਖ ਤੇ ਕੋਈ ਪਿਆਰ ਮੁਹੱਬਤ ਦੀ ਗੱਲ ਕਰੀਏ। ਉਹਨੇ ਜਿਸ ਵੇਲੇ ਲਿਬਾਸ ਲਾਹ ਲਿਆ ਤੇ ਉਸ ਤੋਂ ਬਾਅਦ ਜਨਾਬ ਉਹਨਾਂ ਨੇ ਫਿਰ ਉਹੀ ਤਰੀਕਾ ਸੀ, ਉੱਧਰੋਂ ਫਿਰ ਦਰਵਾਜ਼ਾ ਖੜਕਿਆ। ਉਹਦਾ ਲਿਬਾਸ ਲਾ ਕੇ ਉਹਨੇ ਜਨਾਬ ਉਹ ਆਪਣੀ ਜਿਹੜੀ ਗੋਲੀ ਸੀ ਕੰਮ ਵਾਲੀ ਸੀ ਉਹਦੇ ਹਵਾਲੇ ਕਰ ਦਿੱਤਾ ਕਿ ਇਹ ਜਾ ਕੇ ਸਾਈਡ 'ਤੇ ਰੱਖ ਦੇ। ਤੇ ਉਹਨੇ ਆ ਕੇ ਕਿਹਾ ਕਿ ਵਲੀਏ ਸ਼ਹਿਰ ਆਇਆ। ਦਰਵਾਜ਼ਾ ਖੜਕਾਇਆ ਕਿ ਵਲੀਏ ਸ਼ਹਿਰ ਆਇਆ। ਉਹ ਪਰੇਸ਼ਾਨ ਹੋ ਗਿਆ ਮੁਨਸਫ। ਉਹਨੇ ਕਿਹਾ ਵਲੀਏ ਸ਼ਹਿਰ ਸਾਡੇ ਇੱਥੇ ਕੀ ਕਰਨ ਆ ਗਿਆ? ਉਹਨੇ ਕਿਹਾ ਕਿ ਵਲੀਏ ਸ਼ਹਿਰ ਮੇਰੇ ਬੰਦੇ ਦਾ ਦੋਸਤ ਹੈ, ਤੁਲਕ ਵਾਲਾ ਹੈ, ਉਹਦਾ ਪਤਾ ਕਰਨ ਆਇਆ ਤੇ ਤੁਸੀਂ 2 ਮਿੰਟ ਇੱਥੇ ਇਹ ਸੰਦੂਕ 'ਚ ਲੁਕ ਜਾਓ, ਮੈਂ ਉਹਨੂੰ ਟਾਲ ਕੇ ਆਉਂਦੀ ਹਾਂ, ਫਿਰ ਬਹਿ ਕੇ ਗੱਪਸ਼ਪ ਲਾਉਂਦੇ ਹਾਂ। ਉਹਨੇ ਫੌਰੀ ਤੌਰ 'ਤੇ ਸੰਦੂਕ ਦਾ ਇੱਕ ਖਾਨਾ ਚੁੱਕਿਆ, ਉਹਦੇ 'ਚ ਉਹਨੂੰ ਬਿਠਾ ਦਿੱਤਾ, ਉਹਨੂੰ ਬੰਦ ਕਰ ਦਿੱਤਾ। ਜਿਸ ਵੇਲੇ ਉਹ ਬੰਦ ਕਰਕੇ ਉਹਨੇ ਉਹਨੂੰ ਬੰਦ ਕਰ ਦਿੱਤਾ ਤੇ ਵਲੀ ਸ਼ਹਿਰ ਨੂੰ ਲਿਆ ਕੇ ਆਪਣੇ ਕੋਲ ਬਿਠਾ ਲਿਆ। ਵਲੀ ਸ਼ਹਿਰ ਨਾਲ ਵੀ ਗੱਪਸ਼ਪ ਲਾਈ। ਉਹਨੂੰ ਵੀ ਕਿਹਾ ਕਿ ਜਨਾਬ ਤੁਸੀਂ ਆਪਣੇ ਕੱਪੜੇ ਲਾਓ, ਇਹ ਕੱਪੜੇ ਖ਼ਰਾਬ ਹੋ ਜਾਣਗੇ, ਵੱਟ ਪੈ ਜਾਣਗੇ ਤੇ ਤੁਸੀਂ ਇਹਨਾਂ ਨੂੰ ਸਾਈਡ 'ਤੇ ਰੱਖੋ। ਉਹਨੂੰ ਕੱਪੜੇ ਲਾ ਕੇ ਉਹਦੇ ਵੀ ਜਨਾਬ ਉਹਨੇ ਗੋਲੀ ਦੇ ਹਵਾਲੇ ਕਰ ਦਿੱਤੇ। ਤੇ ਉਧਰੋਂ ਜਿਸ ਵੇਲੇ ਜਨਾਬ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਸ਼ੁਰੂ ਕੀਤੀਆਂ ਤੇ ਉਹਨੂੰ ਤਾਂ ਫਿਰ ਦਰਵਾਜ਼ਾ ਖੜਕ ਪਿਆ। ਜਿਸ ਵੇਲੇ ਦਰਵਾਜ਼ਾ ਖੜਕਿਆ ਤੇ ਗੋਲੀ ਨੇ ਆ ਕੇ ਕਿਹਾ ਕਿ ਕਾਜ਼ੀ ਸਾਹਿਬ ਆਏ ਨੇ। ਵਲੀਏ ਸ਼ਹਿਰ ਦੇ ਤੋਤੇ ਉੱਡ ਗਏ। ਉਹਨੇ ਕਿਹਾ ਕਾਜ਼ੀ ਕੀ ਕਰਨ ਆ ਗਿਆ? ਉਹਨੇ ਕਿਹਾ ਕਾਜ਼ੀ ਮੇਰੇ ਬੰਦੇ ਦਾ ਦੋਸਤ ਹੈ, ਉਹਦਾ ਪਤਾ ਕਰਨ ਆਇਆ ਹੋਏਗਾ, ਤੁਸੀਂ 2 ਮਿੰਟ ਇਹ ਸੰਦੂਕ ਦੇ ਵਿੱਚ ਲੁਕ ਜਾਓ, ਮੈਂ ਇਹਨੂੰ ਲੈ ਹੁਣੇ ਫਾਰਗ ਕਰਕੇ ਆਉਂਦੀ ਹਾਂ। ਉਹ ਜਨਾਬ ਉਹਨੂੰ ਵੀ ਸੰਦੂਕ 'ਚ ਡੱਕ ਦਿੱਤਾ। ਜਿਸ ਵੇਲੇ ਕਾਜ਼ੀ ਸਾਹਿਬ ਆਏ, ਕਾਜ਼ੀ ਸਾਹਿਬ ਨੂੰ ਵੀ ਜਨਾਬ ਉਹਨਾਂ ਨੇ ਬੁਲਾਇਆ, ਬਿਠਾਇਆ। ਕਾਜ਼ੀ ਸਾਹਿਬ ਬੜੀ ਦਾੜੀ 'ਤੇ ਜਨਾਬ ਹੱਥ ਫੇਰ ਰਹੇ ਸਨ, ਬੜੇ ਉਹਦੇ ਵੀ ਜਨਾਬ ਲੱਡੂ ਫੁੱਟ ਰਹੇ ਸਨ। ਕਾਜ਼ੀ ਸਾਹਿਬ ਨੂੰ ਉਹਨੇ ਕਿਹਾ ਕਿ ਕਾਜ਼ੀ ਸਾਹਿਬ ਤੁਸੀਂ ਐਡਾ ਖੂਬਸੂਰਤ ਲਿਬਾਸ ਪਾਇਆ ਹੈ, ਇਹ ਖ਼ਰਾਬ ਨਾ ਹੋ ਜਾਏ, ਇਹਨੂੰ ਲਾ ਕੇ ਸਾਈਡ 'ਤੇ ਰੱਖੋ ਤੇ ਮੈਂ ਤੁਹਾਡੀ ਕੋਈ ਖਿਦਮਤ ਕਰਾਂ। ਕਾਜ਼ੀ ਸਾਹਿਬ ਨੇ ਫੌਰੀ ਤੌਰ 'ਤੇ ਆਪਣਾ ਲਿਬਾਸ ਉਤਾਰਿਆ, ਸਾਈਡ 'ਤੇ ਰੱਖਿਆ। ਗੋਲੀ ਨੂੰ ਲਿਬਾਸ ਦਿੱਤਾ ਗਿਆ, ਗੋਲੀ ਨੇ ਉਹਦਾ ਲਿਬਾਸ ਵੀ ਰੱਖ ਲਿਆ। ਤੇ ਜਿਸ ਵੇਲੇ ਜਨਾਬ ਉਹ ਲਿਬਾਸ ਲਾ ਕੇ ਬੇਲਿਬਾਸ ਹੋ ਗਿਆ ਤੇ ਫਿਰ ਦਰਵਾਜ਼ਾ ਖੜਕਿਆ ਤੇ ਗੋਲੀ ਨੇ ਆ ਕੇ ਦੱਸਿਆ ਕਿ ਦਰੋਗਾ ਸ਼ਹਿਰ ਆਇਆ। ਕਾਜ਼ੀ ਦੇ ਤੋਤੇ ਉੱਡ ਗਏ। ਕਾਜ਼ੀ ਨੇ ਕਿਹਾ ਮਕਾਰ ਔਰਤ, ਇਹ ਤੂੰ ਕੀ ਚਾਲ ਚੱਲਣੀ ਪਈ ਹੈ?
ਇਹ ਦਰੋਗਾ ਕੀ ਕਰਨ ਆਇਆ ਹੈ? ਉਹਨੇ ਕਿਹਾ ਨਹੀਂ ਨਹੀਂ ਕਾਜ਼ੀ ਸਾਹਿਬ, ਤੁਸੀਂ ਗਲਤ ਸੋਚ ਰਹੇ ਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਇਹ ਮੇਰੇ ਮੀਆਂ ਦਾ ਦੋਸਤ ਹੈ, ਉਹਦਾ ਪਤਾ ਕਰਨ ਆਇਆ ਹੋਏਗਾ, ਤੁਸੀਂ ਥੋੜ੍ਹੀ ਦੇਰ ਇਸ ਸੰਦੂਕ 'ਚ ਲੁਕ ਜਾਓ, ਮੈਂ ਹੁਣੇ ਹੀ ਆਉਂਦੀ ਹਾਂ। ਉਹਨੂੰ ਵੀ ਉਸ ਸੰਦੂਕ 'ਚ ਡੱਕ ਦਿੱਤਾ। ਜਿਸ ਵੇਲੇ ਦਰੋਗਾ ਆਇਆ, ਦਰੋਗੇ ਨੂੰ ਵੀ ਉਹਨੇ ਬਿਠਾਇਆ, ਦਰੋਗੇ ਨਾਲ ਵੀ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਅਤੇ ਦਰਵਾਜ਼ਾ ਖਟਕਿਆ। ਉਹ ਜਿਹੜੀ ਨੌਕਰਾਨੀ ਸੀ ਉਹਨੇ ਆ ਕੇ ਦੱਸਿਆ ਕਿ ਬੀਬੀ ਜੀ ਤੁਹਾਡੇ ਭਾਈ ਆਏ ਨੇ, ਭਾਈ ਨੂੰ ਦਾ ਪਤਾ ਕਰਨ ਵਾਸਤੇ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਜੀ ਤੁਸੀਂ ਮਿਹਰਬਾਨੀ ਕਰੋ, ਇਹ ਜ਼ਰਾ ਲੁਕ ਜਾਓ ਇੱਥੇ ਤੁਸੀਂ ਸੰਦੂਕ ਦੇ ਵਿੱਚ, ਅਤੇ ਮੈਂ ਹੁਣੇ ਹੀ ਆਈ, ਮੈਂ ਭਾਈ ਨੂੰ ਜ਼ਰਾ ਨਾਲ ਥੋੜ੍ਹਾ ਟਾਲ ਲਵਾਂ। ਉਹਨੂੰ ਵੀ ਸੰਦੂਕ ਦੇ ਵਿੱਚ ਡੱਕ ਦਿੱਤਾ, ਚਾਰਾਂ ਸੰਦੂਕ ਦੇ ਚਾਰਾਂ ਖਾਨਿਆਂ ਦੇ ਵਿੱਚ ਡੱਕ ਦਿੱਤਾ। ਅਤੇ ਉਸ ਤੋਂ ਬਾਅਦ ਉਹਨੇ ਜਿਸ ਵੇਲੇ ਉਹ ਸਾਰੇ ਕਾਬੂ ਕਰ ਲਏ, ਅਤੇ ਫਿਰ ਉਸ ਜਿਹੜਾ ਉਹਦਾ ਹਮਸਾਇਆ ਸੀ ਉਹਦੇ ਕੋਲ ਗਈ ਅਤੇ ਉਹਨੂੰ ਕਿਹਾ ਕਿ ਮੈਂ ਆ ਰਹੀ। ਆਪਣੀ ਨੌਕਰਾਨੀ ਨਾਲ ਜਿਹੜਾ ਪ੍ਰੋਗਰਾਮ ਉਹਨੇ ਬਣਾਇਆ ਸੀ, ਉਹ ਪ੍ਰੋਗਰਾਮ ਦੇ ਮੁਤਾਬਕ ਉਹਨੇ ਬਾਹਰ ਨਿਕਲ ਕੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ, ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਚੋਰ ਚੋਰ ਚੋਰ। ਹਮਸਾਏ ਇਕੱਠੇ ਹੋ ਗਏ, 5-7 ਹਮਸਾਏ ਜਿਸ ਵੇਲੇ ਇਕੱਠੇ ਹੋਏ, ਦਰਵਾਜ਼ਾ ਖੋਲ੍ਹਿਆ ਗਿਆ ਅਤੇ ਅੱਗੇ ਉਹ ਹਮਸਾਇਆ ਬੇਯਾਰੋ ਮਦਦਗਾਰ ਬਗੈਰ ਲਿਬਾਸ ਤੋਂ ਬੈਠਾ ਹੈ, ਲੰਗੋਟਾ ਬੰਨਿਆ ਆਇਆ, ਉਹ ਜਨਾਬ ਬੈਠਾ ਹੋਇਆ ਸੀ। ਉਹਨੇ ਜਨਾਬ ਦੌੜ ਲਾ ਦਿੱਤੀ ਅਤੇ ਦੌੜ ਕੇ ਆਪਣੇ ਘਰ ਨੂੰ ਚਲਾ ਗਿਆ। ਲੋਕ ਉਹਦੇ ਮਗਰ ਅਤੇ ਉਹ ਅੱਗੇ ਅਤੇ ਉਹ ਆਪਣੇ ਘਰ ਜਿਸ ਵੇਲੇ ਚਲਾ ਜਾਂਦਾ ਅਤੇ ਉਹਨੂੰ ਫੜ ਕੇ ਉਹ ਜਨਾਬ ਜਿਹੜਾ ਬਾਦਸ਼ਾਹ ਸੀ, ਹੁਕਮੇ ਵਕਤ ਸੀ, ਜਿਹੜਾ ਹਾਕਮੇ ਵਕਤ ਸੀ, ਉਹਦੇ ਕੋਲ ਜਨਾਬ ਲੈ ਗਏ। ਉਹ ਜਨਾਬ ਔਰਤ ਵੀ ਉਹਦੇ ਨਾਲ ਗਈ, ਉਹ ਹਮਸਾਏ ਵੀ ਨਾਲ ਗਏ। ਦੱਸਿਆ ਕਿ ਜਨਾਬ ਇਹ ਬੰਦਾ ਜਿਹੜਾ ਹੈ ਇਹ ਚੋਰ ਹੈ, ਮੇਰੇ ਘਰ ਚੋਰੀ ਕਰਨ ਵਾਸਤੇ ਆ ਗਿਆ ਸੀ ਅਤੇ ਇਹ ਮਾਮਲਾਤ ਹੈ। ਬਾਦਸ਼ਾਹ ਨੇ ਕਿਹਾ ਕਿ ਤੇਰੇ ਕੋਲ ਕੀ ਸਬੂਤ ਹੈ ਕਿ ਤੇਰੇ ਘਰ ਚੋਰੀ ਕਰਨ ਗਿਆ ਸੀ? ਉਹਨੇ ਕਿਹਾ ਬਾਦਸ਼ਾਹ ਸਲਾਮਤ, ਅਸਲ ਸਬੂਤ ਤਾਂ ਇਹ ਹੈ ਕਿ ਇਹ ਬੰਦਾ, ਇਹ ਚੋਰ ਤੇ ਜਿਹੜਾ ਹੈ ਸੋ ਹੈ, ਇਹਨੇ ਸਾਡੇ ਪੈਸੇ ਦੇਣੇ ਨੇ 5000 ਦਿਰਹਮ, ਇਸ ਦੇਣ ਤੋਂ ਇਨਕਾਰੀ ਹੈ ਅਤੇ ਮੈਂ ਇਹਨੂੰ ਆਪਣੇ ਘਰ ਬੁਲਾਇਆ ਸੀ ਅਤੇ ਇਹ ਜਨਾਬ ਮੇਰੇ ਕੋਲੋਂ ਮੇਰੇ ਪੈਸੇ ਦੇਣ ਦੇ ਬਦਲੇ ਮੇਰੇ ਕੋਲ ਨਜਾਇਜ਼ ਮੇਰੇ ਨਾਲ ਮਰਾਸਮ ਤੈਅ ਕਰਨਾ ਚਾਹੁੰਦਾ ਸੀ ਅਤੇ ਫਿਰ ਮੈਂ ਜਨਾਬ ਇਹਨੂੰ ਘਰ ਬੁਲਾ ਕੇ ਇਹਦੇ ਨਾਲ ਇਹ ਮਤਲਬ ਸਲੂਕ ਕੀਤਾ। ਇਹ ਹੁਣ ਜਨਾਬ ਇਹ ਗੱਲ ਹੈ। ਉਹ ਕਹਿਣ ਲੱਗਾ ਕਿ ਤੇਰੇ ਕੋਲ ਕੀ ਸਬੂਤ ਹੈ ਕਿ ਤੂੰ ਇਹਦੇ ਕੋਲੋਂ 5000 ਲੈਣਾ ਹੈ ਜਾਂ ਇਹਨੇ ਤੇਰੇ ਨਾਲ ਕੋਈ ਨਜਾਇਜ਼ ਗੱਲ ਕੀਤੀ ਹੈ? ਉਹਨੇ ਕਿਹਾ ਜਨਾਬ ਮੇਰੇ ਕੋਲ ਗਵਾਹ ਮੌਜੂਦ ਨੇ, ਐਸੀ ਕੋਈ ਗੱਲ ਨਹੀਂ ਹੈ, ਮੈਂ ਤੁਹਾਨੂੰ ਗਵਾਹ ਪੇਸ਼ ਕਰ ਸਕਣੀ ਹਾਂ। ਉਹਨੇ ਕਿਹਾ ਨਾਲੇ ਤੂੰ ਡਾਇਰੈਕਟ ਮੇਰੇ ਕੋਲ ਆਉਣ ਦਾ ਤੈਨੂੰ ਕੀ ਜ਼ਰੂਰਤ ਮਹਿਸੂਸ ਹੋਈ, ਤੂੰ ਮੁਨਸਫ ਕੋਲ ਚਲੀ ਜਾਂਦੀ। ਉਹ ਕਹਿੰਦੀ ਜਨਾਬ ਮੈਂ ਮੁਨਸਫ ਕੋਲ ਗਈ, ਮੁਨਸਫ ਆਪਣੇ ਘਰ ਮੌਜੂਦ ਨਹੀਂ ਹੈ। ਉਹਨੇ ਕਿਹਾ ਤੂੰ ਵਲੀਏ ਸ਼ਹਿਰ ਕੋਲ ਚਲੀ ਜਾਂਦੀ। ਉਹਨੇ ਕਿਹਾ ਜੀ ਵਲੀਏ ਸ਼ਹਿਰ ਵੀ ਮੌਜੂਦ ਨਹੀਂ। ਉਹਨੇ ਕਿਹਾ ਤੂੰ ਕਾਜ਼ੀ ਕੋਲ ਜਾਂਦੀ। ਉਹਨੇ ਕਿਹਾ ਜੀ ਕਾਜ਼ੀ ਵੀ ਮੌਜੂਦ ਨਹੀਂ। ਉਹਨੇ ਕਿਹਾ ਜੀ ਤੂੰ ਦਰੋਗੇ ਕੋਲ ਜਾਂਦੀ। ਉਹਨੇ ਕਿਹਾ ਜੀ ਦਰੋਗਾ ਵੀ ਇਸ ਵੇਲੇ ਮੁਯੱਸਰ ਨਹੀਂ ਗਾ। ਉਹਨੇ ਕਿਹਾ ਤੂੰ ਪਾਗਲ ਤਾਂ ਨਹੀਂ ਹੋ ਗਈ? ਸ਼ਹਿਰ ਦੀਆਂ 4 ਵੱਡੀਆਂ ਹਸਤੀਆਂ ਕਿਸ ਤਰ੍ਹਾਂ ਇਸ ਵੇਲੇ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਹੋ ਸਕਦੀਆਂ ਨੇ? ਉਹਨੇ ਕਿਹਾ ਜੀ ਬਿਲਕੁਲ, ਮੈਂ ਸਭ ਕੋਲ ਗਈ ਹਾਂ, ਕੋਈ ਆਪਣੀ ਜਗ੍ਹਾ 'ਤੇ ਕਾਇਮ ਨਹੀਂ ਹੈ, ਕੋਈ ਆਪਣੇ ਦਫ਼ਤਰ 'ਚ ਮੌਜੂਦ ਨਹੀਂ ਹੈ। ਬਾਦਸ਼ਾਹ ਸਲਾਮਤ ਨੂੰ ਗੁੱਸਾ ਆ ਗਿਆ। ਉਹਨੇ ਆਪਣੇ ਬੰਦੇ ਭੇਜੇ। ਉਹਨੇ ਕਿਹਾ ਫੌਰੀ ਤੌਰ 'ਤੇ ਚੈੱਕ ਕਰਕੇ ਆਓ ਕਿ ਕੌਣ ਕੌਣ ਕਿੱਥੇ ਹੈ। ਉਸ ਵਾਕਿਆ ਹੀ ਜਿਸ ਵੇਲੇ ਗਏ, ਉਹਨਾਂ ਵਾਪਸ ਆ ਕੇ ਦੱਸਿਆ ਕਿ ਬਾਦਸ਼ਾਹ ਸਲਾਮਤ ਇਹ ਔਰਤ ਸੱਚ ਕਹਿ ਰਹੀ ਹੈ, ਨਾ ਤੇ ਮੁਨਸਫ ਆਪਣੇ ਦਫ਼ਤਰ 'ਚ ਮੌਜੂਦ ਹੈ ਅਤੇ ਨਾ ਵਲੀਏ ਸ਼ਹਿਰ ਮੌਜੂਦ ਹੈ, ਨਾ ਕਾਜ਼ੀ ਮੌਜੂਦ ਹੈ, ਨਾ ਦਰੋਗਾ ਮੌਜੂਦ ਹੈ। ਉਹਨੇ ਕਿਹਾ ਫਿਰ ਇਹ ਵਾਕਈ ਸੱਚ ਕਹਿ ਰਹੀ ਹੈ? ਉਹਨੇ ਕਿਹਾ ਬੀਬੀ ਤੇਰੇ ਕੋਲ ਕੋਈ ਗਵਾਹ ਇਸ ਚੀਜ਼ ਦਾ ਕਿ ਇਸ ਬੰਦੇ ਨੇ ਤੇਰੇ ਪੈਸੇ ਦੇਣੇ ਨੇ? ਉਹਨੇ ਕਿਹਾ ਹਾਂ ਮੇਰੇ ਕੋਲ ਗਵਾਹ ਹੈ ਨੇ। ਉਹਨੇ ਕਿਹਾ ਜਨਾਬ ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਗਵਾਹ ਪੇਸ਼ ਕਰ ਦਿੰਦੀ ਹਾਂ। ਉਹ ਘਰ ਗਈ, ਉਹਨੇ ਆਪਣਾ ਜਿਹੜਾ ਉਹ ਸੰਦੂਕ ਸੀ ਉਹਨੂੰ ਚੁੱਕਿਆ, ਉਹ ਇੱਕ ਰੇੜੇ 'ਤੇ ਲੱਦ ਕੇ ਉਹ ਲੈ ਕੇ ਉਹਦੇ ਬਾਦਸ਼ਾਹ ਸਲਾਮਤ ਦੇ ਕੋਲ ਪੇਸ਼ ਹੋ ਗਈ। ਅਤੇ ਬਾਦਸ਼ਾਹ ਸਲਾਮਤ ਨੇ ਜਿਸ ਵੇਲੇ ਉਹ ਸੰਦੂਕ ਦੇਖਿਆ ਅਤੇ ਉਹਨੇ ਕਿਹਾ ਤੂੰ ਤਾਂ ਗਵਾਹ ਲੈਣ ਵਾਸਤੇ ਗਈ ਸਾਂ, ਤੂੰ ਇਹ ਸੰਦੂਕ ਲੈ ਕੇ ਆ ਗਈ ਹੈ। ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹ ਸੰਦੂਕ ਹੀ ਮੇਰਾ ਗਵਾਹ ਹੈ, ਇਹ ਬਿਆਨ ਦੇਗਾ ਕਿ ਮੈਂ ਇਹਦੇ ਕੋਲੋਂ ਪੈਸੇ ਲੈਣੇ ਨੇ ਔਰ ਇਹ ਮੈਨੂੰ ਪੈਸਿਆਂ ਦੇ ਬਦਲੇ ਮੇਰੇ ਕੋਲੋਂ ਮੇਰੀ ਜਿਸਮ ਮੰਗ ਰਿਹਾ ਸੀ, ਜਿਸ ਵਾਸਤੇ ਮੈਂ ਇਹਨੂੰ ਕੈਦ ਕਰਕੇ ਤੁਹਾਡੇ ਕੋਲ ਲੈ ਆਈ ਹਾਂ। ਬਾਦਸ਼ਾਹ ਸਲਾਮਤ ਨੇ ਕਿਹਾ ਔਰਤ ਤੂੰ ਪਾਗਲ ਤੇ ਨਹੀਂ ਹੋ ਗਈ, ਇਹ ਸੰਦੂਕ ਕਿਸ ਤਰ੍ਹਾਂ ਗਵਾਹੀ ਦੇਗਾ? ਉਹਨੇ ਕਿਹਾ ਤੁਸੀਂ ਇਸ ਸੰਦੂਕ ਨੂੰ ਆਵਾਜ਼ ਦਿਓ, ਪੁੱਛੋ ਅਤੇ ਤੁਹਾਨੂੰ ਜਵਾਬ ਦੇਗਾ।
ਬਾਦਸ਼ਾਹ ਸਲਾਮਤ ਨੇ ਸੰਦੂਕ ਨੂੰ ਆਰਡਰ ਕੀਤਾ। ਉਹਨੇ ਕਿਹਾ, ਸੰਦੂਕ ਕੀ ਤੂੰ ਗਵਾਹੀ ਦਿੰਦਾ ਕਿ ਔਰਤ ਨੇ ਇਸ ਬੰਦੇ ਕੋਲੋਂ 5,000 ਦਿਰਹਮ ਲੈਣੇ ਨੇ? ਸੰਦੂਕ 'ਚੋਂ ਕੋਈ ਆਵਾਜ਼ ਨਾ ਆਈ। ਉਹਨੇ ਕਿਹਾ, ਬਾਦਸ਼ਾਹ ਸਲਾਮਤ, ਥੋੜ੍ਹਾ ਜਿਹਾ ਘਾਹ ਬੋਸ ਬੁਲਾਓ, ਇਸ ਸੰਦੂਕ ਦੇ ਉੱਤੇ ਰੱਖ ਕੇ ਉਹਨੂੰ ਅੱਗ ਲਵਾ ਦਿਓ ਅਤੇ ਫਿਰ ਇਹਦੇ 'ਚੋਂ ਆਵਾਜ਼ ਜ਼ਰੂਰ ਆਏਗੀ। ਹੁਕਮ ਕੀਤਾ ਗਿਆ। ਜਿਸ ਵੇਲੇ ਉਸ ਸੰਦੂਕ ਨੂੰ ਬਾਹਰ ਉੱਤੇ ਉਹਦੇ 'ਤੇ ਕੱਖ ਬੋਰਡ ਰੱਖ ਕੇ ਈਂਧਨ ਰੱਖ ਕੇ ਅੱਗ ਲਾਈ ਗਈ ਅਤੇ ਉਹ ਜਿਸ ਵੇਲੇ ਅੱਗ ਦੀ ਤਪਸ਼ ਉਹਨਾਂ ਕੋਲ ਪਹੁੰਚੀ ਅਤੇ ਉਹ ਚੀਖੋ ਪੁਕਾਰ ਉਹਨਾਂ 'ਚੋਂ ਆਉਣਾ ਸ਼ੁਰੂ ਹੋ ਗਈ ਅਤੇ ਉਹ ਜਨਾਬ ਉਹਨਾਂ ਨੇ ਕਿਹਾ, ਜੀ ਹਾਂਜੀ ਹਾਂਜੀ, ਇਹਨੇ 5,000 ਰੁਪਇਆ ਲੈਣਾ ਜੀ, 5,000 ਲੈਣਾ। ਸੰਦੂਕ ਨੂੰ ਖੋਲ੍ਹਿਆ ਗਿਆ ਅਤੇ ਮੁਨਸਫ ਵੀ ਉਹਦੇ ਵਿੱਚੋਂ ਨਿਕਲਿਆ, ਵਲੀਏ ਸ਼ਹਿਰ ਵੀ ਉਹਦੇ 'ਚੋਂ ਨਿਕਲਿਆ, ਕਾਜ਼ੀ ਵੀ ਉਹਦੇ 'ਚੋਂ ਨਿਕਲਿਆ ਅਤੇ ਦਰੋਗਾ ਵੀ ਉਹਦੇ 'ਚੋਂ ਨਿਕਲਿਆ, ਜਿਹੜੇ ਬੇਲਿਬਾਸ ਸਨ, ਲੰਗੋਟੇ ਪਾਏ ਸਨ। ਅਤੇ ਬਾਦਸ਼ਾਹ ਸਲਾਮਤ ਨੇ ਜਿਸ ਵੇਲੇ ਸਾਰਾ ਮਾਜਰਾ ਦੇਖਿਆ ਅਤੇ ਔਰਤ ਨੇ ਖੁੱਲ੍ਹ ਕੇ ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਮੈਂ ਇਸ ਬੰਦੇ ਕੋਲੋਂ ਪੈਸੇ ਲੈਣੇ ਸਨ, ਮੇਰੇ ਬੰਦੇ ਨੇ ਇਹਨੂੰ ਪੈਸੇ ਦਿੱਤੇ ਸਨ, ਇਹਨੇ ਮੇਰੇ ਨਾਲ ਨਜਾਇਜ਼ ਮਰਾਸਮ ਬਣਾਉਣ ਵਾਸਤੇ ਮੈਨੂੰ ਕਿਹਾ ਅਤੇ ਫਿਰ ਮੈਂ ਤੁਹਾਡੇ ਪੈਸੇ ਦਿਆਂਗਾ, ਵਰਨਾ ਮੈਂ ਤੈਨੂੰ ਕੋਈ ਪੈਸੇ ਨਹੀਂ ਦਿੰਦਾ। ਮੈਂ ਮੁਨਸਫ ਕੋ ਗਈ, ਮੁਨਸਫ ਨੇ ਵੀ ਮੈਨੂੰ ਇਹੀ ਗੱਲ ਕਹੀ। ਮੈਂ ਵਲੀਏ ਸ਼ਹਿਰ ਕੋਲ ਗਈ, ਵਲੀਏ ਸ਼ਹਿਰ ਨੇ ਵੀ ਮੇਰੇ ਕੋਲ ਡਿਮਾਂਡ ਕੀਤੀ। ਮੈਂ ਕਾਜ਼ੀ ਕੋਲ ਗਈ, ਕਾਜ਼ੀ ਨੇ ਵੀ ਮੇਰੇ ਕੋਲ ਇਹੀ ਡਿਮਾਂਡ ਕੀਤੀ। ਮੈਂ ਦਰੋਗੇ ਕੋਲ ਗਈ, ਦਰੋਗੇ ਨੇ ਵੀ ਮੇਰੇ ਕੋਲ ਇਹੀ ਡਿਮਾਂਡ ਕੀਤੀ। ਫਿਰ ਮੇਰੇ ਜ਼ਿਹਨ 'ਚ ਦਿਮਾਗ 'ਚ ਇਹ ਚੀਜ਼ ਆਈ ਅਤੇ ਮੈਂ ਇਹਨਾਂ ਸਾਰਿਆਂ ਨੂੰ ਆਪਣੇ ਘਰ ਬੁਲਾ ਕੇ ਕੈਦ ਕਰਕੇ ਤੁਹਾਡੇ ਕੋਲ ਲੈ ਆਈ ਹਾਂ। ਹੁਣ ਤੁਸੀਂ ਫੈਸਲਾ ਕਰੋ, ਮੈਂ ਇਸ ਤੋਂ ਅੱਗੇ ਕੁਛ ਨਹੀਂ ਸੀ ਕਰ ਸਕਦੀ। ਬਾਦਸ਼ਾਹ ਸਲਾਮਤ ਨੇ ਆਰਡਰ ਜਾਰੀ ਕੀਤਾ ਕਿ ਇਹ ਬੰਦੇ ਨੂੰ ਜੇਲ੍ਹ 'ਚ ਸੁੱਟ ਦਿਓ, ਇਹਦੇ ਕੋਲੋਂ ਫੌਰੀ ਤੌਰ 'ਤੇ ਇਹਦੇ ਪੈਸੇ ਜਿਹੜੇ ਨੇ ਇਹਦੇ ਕੋਲੋਂ ਲੈ ਕੇ ਇਹਨੂੰ ਬਕਾਇਆ ਔਰਤ ਨੂੰ ਵਾਪਸ ਕਰੋ ਅਤੇ ਇਹਨਾਂ ਚਾਰਾਂ ਨੂੰ ਮੂੰਹ ਕਾਲਾ ਕਰਕੇ ਸ਼ਹਿਰ ਦੇ ਵਿੱਚ ਫੇਰੋ ਅਤੇ ਇਹਨਾਂ ਨੂੰ ਸ਼ਹਿਰ ਬਦਰ ਕਰ ਦਿਓ। ਅਤੇ ਦੋਸਤੋ, ਇਸ ਤਰ੍ਹਾਂ ਉਹ ਔਰਤ ਨੇ ਆਪਣੀ ਅਕਲਮੰਦੀ ਨਾਲ ਉਹਨਾਂ ਕੋਲੋਂ ਆਪਣੇ ਪੈਸੇ ਵੀ ਵਾਪਸ ਲੈ ਲਏ ਅਤੇ ਉਹਨਾਂ ਨੂੰ ਸ਼ਹਿਰ ਬਦਰ ਵੀ ਕਰਾ ਦਿੱਤਾ ਅਤੇ ਜ਼ਲੀਲੋ ਰਸਵਾ ਵੀ ਹੋ ਗਏ। ਅਤੇ ਗੱਲ ਕਰਨ ਦਾ ਮਕਸਦ ਜਿਹੜਾ ਸੀ ਮੇਰਾ, ਉਹ ਤੁਹਾਨੂੰ ਮੈਂ ਸੁਣਾ ਦਿੱਤਾ ਹੈ ਕਿ ਕਦੀ ਵੀ ਕਿਸੇ ਕੋਲੋਂ ਨਜਾਇਜ਼ ਡਿਮਾਂਡ ਨਾ ਕਰਨਾ, ਵਰਨਾ ਤੁਹਾਡਾ ਵੀ ਹਾਲ ਉਹੀ ਹੋਏਗਾ। ਤੁਹਾਨੂੰ ਵੀ ਮੂੰਹ ਕਾਲਾ ਕਰਕੇ ਘੋੜੇ ਦੇ ਖੋਤੇ 'ਤੇ ਬਿਠਾ ਕੇ ਸ਼ਹਿਰ ਦਾ ਚੱਕਰ ਲੱਗਣਾ ਪਏਗਾ। ਅਤੇ ਗੱਲ ਪਸੰਦ ਆਈ ਹੈ ਤਾਂ ਲਾਈਕ ਕਰਨਾ, ਸ਼ੇਅਰ ਕਰਨਾ ਤਾਂ ਬਣਦਾ ਹੈ। ਅਤੇ ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ, ਸਬਸਕ੍ਰਾਈਬ ਕਰੋ, ਚੈਨਲ 'ਚ ਸ਼ਾਮਲ ਹੋ ਜਾਓ। ਕੱਲ੍ਹ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਖਿਦਮਤ ਹੋਵਾਂਗਾ। ਕੱਲ੍ਹ ਤੱਕ ਇਜਾਜ਼ਤ, ਅੱਲਾ ਹਾਫਿਜ਼।